ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਮੌਜੂਦ ਨੇ। ਗੱਲਬਾਤ ਅਸੀਂ ਕਰਾਂਗੇ ਮੌਜੂਦਾ ਜਿਹੜੇ ਸਿਆਸੀ ਹਾਲਾਤ ਲਗਾਤਾਰ ਬਦਲਦੇ ਜਾ ਰਹੇ ਨੇ। ਜਦੋਂ ਦੇ ਕਿਸਾਨਾਂ ਦੀ ਘਰ ਵਾਪਸੀ ਹੋਈ ਆ, ਚਰਚਾਵਾਂ ਇਹ ਕਿ ਕਿਸਾਨਾਂ ਦੇ ਵਿੱਚੋਂ ਮੁੱਖ ਮੰਤਰੀ ਕੌਣ ਹੋਏਗਾ ਜਾਂ ਕਿਸਾਨਾਂ ਨੂੰ ਹੁਣ ਅਗਲਾ ਫੈਸਲਾ ਕੀ ਲੈਣਾ ਚਾਹੀਦਾ ਆ। ਵੱਖੋ ਵੱਖਰੀਆਂ ਜਿਹੜੀਆਂ ਜਥੇਬੰਦੀਆਂ ਨੇ ਕਿਸਾਨਾਂ ਦੇ ਵਿੱਚ, ਇੱਕ ਵੱਡੀ ਜਥੇਬੰਦੀ ਉਗਰਾਹਾਂ ਵਾਲਿਆਂ ਦੀ, ਉਹ ਕਹਿੰਦੇ ਨੇ ਕਿ ਜੇਕਰ ਰਾਜੇਵਾਲ ਸਾਹਿਬ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਜਾਂ ਫਿਰ ਉਹ ਸਿਆਸੀ ਮੈਦਾਨ ਦੇ ਵਿੱਚ ਆਉਂਦੇ ਨੇ ਤਾਂ ਵਿਰੋਧ ਉਸੇ ਢੰਗ ਨਾਲ ਹੋਏਗਾ। ਡੱਲੇਵਾਲ ਸਾਹਿਬ ਦੇ ਬਿਆਨ ਇਹਦੇ ਵਿੱਚ ਸਾਹਮਣੇ ਆਉਂਦੇ ਨੇ। ਇਹਦੇ ਵਿੱਚ ਬਾਕੀ ਜਿਹੜੀਆਂ ਸਿਆਸੀ ਧਿਰਾਂ ਨੇ ਪੰਜਾਬ ਦੀਆਂ, ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਿਨ੍ਹਾਂ ਨੇ ਚੋਣਾਂ ਦੇ ਵਿੱਚ ਹਿੱਸਾ ਲੈਣਾ ਹੀ ਹੁੰਦਾ, ਜਿਹੜੇ ਏਦਾਂ ਕਹਿ ਲਓ ਕਿ ਸੱਤਾਜੀਵੀ ਹੁੰਦੇ ਨੇ, ਉਹਨਾਂ ਦੇ ਵਿੱਚ ਥੋੜੀ ਜਿਹੀ ਕਸ਼ਮਕਸ਼ ਇਸ ਗੱਲ ਨੂੰ ਲੈ ਕੇ ਚੱਲ ਰਹੀ ਆ ਕਿ ਕਿਸਾਨਾਂ ਦੀ ਵੋਟ ਕਿੱਧਰ ਨੂੰ ਜਾਣੀ ਹੈ। ਕਿਉਂਕਿ ਇਹ ਵੀ ਇੱਕ ਵੱਡਾ ਫੈਕਟਰ ਹੈ ਪੰਜਾਬ ਦੇ ਵਿੱਚ ਅੱਜ ਦੀ ਘੜੀ। ਜਦੋਂ ਕਿਸਾਨ ਅੰਦੋਲਨ ਕਰਕੇ ਆਏ ਨੇ, ਕਿਸਾਨ ਪੂਰੇ ਤਰੀਕੇ ਦੇ ਨਾਲ, ਬੱਚਾ ਬੱਚਾ ਉਹਨਾਂ ਦਾ ਜਾਗਰੂਕ ਆ, ਉਹਨਾਂ ਨੂੰ ਪਤਾ ਆ ਕਿ ਅਸੀਂ ਆਪਣੇ ਵੋਟ ਹੱਕ ਦਾ ਇਸਤੇਮਾਲ ਕਿੱਧਰ ਨੂੰ ਕਰਨਾ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਲੱਗੀਆਂ ਹੋਈਆਂ। ਚੰਨੀ ਸਾਹਿਬ ਨੇ ਵੀ ਮੀਟਿੰਗ ਸੱਦੀ ਹੈ ਕਿਸਾਨਾਂ ਦੀ ਕਿ ਆਓ ਬੈਠੋ, ਤੁਹਾਡੇ ਮੁੱਦਿਆਂ ਦਾ ਹੱਲ ਕਰੀਏ। ਹਾਲਾਂਕਿ ਵਿੱਚੋਂ ਜਿਹੜੀ ਇੱਕ ਚਿੱਠੀ ਕੱਢੀ ਸੀ ਪੰਜਾਬ ਲੈਂਡ ਰਿਫਾਰਮਸ ਐਕਟ ਦੀ, ਉਹਨੂੰ ਲੈ ਕੇ ਬੜੀ ਚਰਚਾ ਹੋਈ ਕਿ ਸਰਕਾਰ ਆਖਿਰਕਾਰ ਚੰਨੀ ਸਾਹਿਬ ਦੀ ਕੀ ਕਰਨਾ ਚਾਹੁੰਦੀ ਹੈ। ਇੱਕ ਪਾਸੇ ਸਾਰੇ ਕਰਜ਼ੇ ਮਾਫੀ ਦਾ ਮਸਲਾ ਹਾਲੇ ਤੱਕ ਲਟਕਿਆ ਹੋਇਆ, ਦੂਜੇ ਪਾਸੇ ਇਹੋ ਜਿਹੀਆਂ ਗੱਲਾਂ। ਇਹ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਜਿਹੜੇ ਮੌਜੂਦਾ ਪੰਜਾਬ ਦੇ ਸਿਆਸੀ ਹਾਲਾਤ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਪ੍ਰੋਫੈਸਰ ਸਾਹਿਬ, ਸ਼ੁਰੂਆਤ ਇੱਥੋਂ ਹੀ ਕਿ ਕਿਸਾਨਾਂ ਦੀ ਵੋਟ ਤੇ ਸਾਰਿਆਂ ਦੀ ਨਜ਼ਰ ਆ। ਹੁਣ ਕਿਸਾਨਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹੋਣਗੀਆਂ ਕਿ ਅਸੀਂ ਕਿਹਨੂੰ ਆਪਣਾ ਉਮੀਦਵਾਰ ਚੁਣੀਏ ਜਿਹੜਾ ਸਾਡੀ ਸਰਕਾਰੀ ਦਰਬਾਰੇ ਜਾ ਕੇ ਆਵਾਜ਼ ਚੁੱਕੇ ਉੱਥੇ ਬਹਿ ਕੇ। ਭਾਵੇਂ ਕਿ ਜਥੇਬੰਦੀਆਂ ਦਾ ਪ੍ਰੈਸ਼ਰ ਹੈ, ਪਰ ਫਿਰ ਵੀ ਜਿਵੇਂ ਜਦੋਂ ਕਾਨੂੰਨ ਲਾਗੂ ਹੋਣਗੇ ਤਾਂ ਉੱਥੇ ਕਿਹੋ ਜਿਹਾ ਜਿਹੜਾ ਮਤਲਬ ਕਿ ਵਿਰੋਧ ਜਤਾਉਣਾ ਹੈ ਸੰਸਦ ਦੇ ਅੰਦਰ ਜਾਂ ਇੱਥੇ ਵਿਧਾਨ ਸਭਾ ਦੇ ਅੰਦਰ ਸਾਨੂੰ ਰਹਿਣਾ ਚਾਹੀਦਾ ਜਾਂ ਨਹੀਂ, ਦੁਚਿੱਤੀ ਵੀ ਹੋ ਸਕਦੀ ਹੈ ਸ਼ਾਇਦ। ਮੈਨੂੰ ਲੱਗਦਾ ਕਿ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਗੱਲ ਕੀਤੀ ਚੋਣਾਂ ਦੇ ਵਿੱਚ ਨੰਬਰ ਬਹੁਤ ਜ਼ਰੂਰੀ ਆ। ਵੋਟਾਂ ਦੀ ਪਰਸੈਂਟੇਜ ਕਿੰਨੀ ਆ? ਮੇਰੇ ਖਿਆਲ ਅੱਜ ਤੱਕ ਇਸ ਗੱਲ ਦਾ ਕਿਸੇ ਨੇ ਵੀ ਨਿਖੇੜਾ ਨਹੀਂ ਕੀਤਾ ਕਿ ਜਿਹਨੂੰ ਆਪਾਂ ਜਿਹੜੇ ਕਿਸਾਨ ਹੈਗੇ ਆ ਉਹਨਾਂ ਦੀ ਕਿੰਨੇ % ਵੋਟ ਹੈਗੀ ਆ। 20% ਆ, 25% ਵਾ, 30% ਵਾ, 40% ਆ। ਦੂਸਰਾ ਹੈ ਕਿ ਕਿਸਾਨ ਜਥੇਬੰਦੀਆਂ, ਜਿੱਦਾਂ ਤੁਸੀਂ ਕਿਹਾ ਕਿ ਉਗਰਾਹਾਂ ਵਾਲੀ ਸਭ ਤੋਂ ਵੱਡੀ ਧਿਰ ਹੈਗੀ ਆ, ਉਹਨਾਂ ਦਾ ਆਪਣਾ ਨਜ਼ਰੀਆ ਹੈ, ਦੂਸਰਿਆਂ ਦਾ ਆਪਣਾ ਨਜ਼ਰੀਆ ਹੈ। ਤੇ ਜਿਹੜੀ ਤੁਸੀਂ ਗੱਲ ਕੀਤੀ ਇੱਕ ਵਿਅਕਤੀ ਦਾ ਨਾਂ ਲੈ ਕੇ ਕਿ ਉਹ ਮੁੱਖ ਮੰਤਰੀ ਦੇ ਕੈਂਡੀਡੇਟ ਹੈ, ਮੈਨੂੰ ਤਾਂ ਕਈ ਸਮਝ ਨਹੀਂ ਆਉਂਦੀ ਵੀ ਮੁੱਖ ਮੰਤਰੀ ਦਾ ਜੋ ਕੈਂਡੀਡੇਟ ਬਣਨਗੇ ਤੇ ਠੀਕ ਆ, ਉਹਨਾਂ ਦੀ ਸਿਆਣਪ ਕਿਹੜਾ ਕਿਸ ਕਿਸਮ ਦਾ ਉਹਨਾਂ ਦੀ ਅੰਡਰਸਟੈਂਡਿੰਗ ਹੈਗੀ ਆ। ਪਰ ਪਹਿਲੀ ਗੱਲ ਤਾਂ ਸਾਨੂੰ ਇਹ ਹਿਸਾਬ ਲਾਉਣ ਦੀ ਲੋੜ ਹੈਗੀ ਆ ਵੀ ਜਿਸ ਕਿਸਾਨੀ ਨੇ ਏਡਾ ਵੱਡਾ ਸੰਘਰਸ਼ ਜਿੱਤਿਆ ਆਪਣੇ ਏਕੇ ਦੇ ਨਾਲ, ਕਿ ਜਿਸ ਦੇ ਵਿੱਚ ਪੰਜਾਬ ਵੀ ਸੀਗਾ, ਹਰਿਆਣਾ ਵੀ ਸੀਗਾ, ਯੂਪੀ ਵੀ ਸੀਗਾ, ਹੋਰ ਸਟੇਟਾਂ ਦੇ ਸੀਗੇ, ਠੀਕ ਆ, ਪੰਜਾਬ ਨੇ ਉਹਦੇ ਵਿੱਚ ਲੀਡ ਲਈ ਆ। ਤਾਂ ਵਾਪਸ ਜਦੋਂ, ਕਿਉਂਕਿ ਸੰਘਰਸ਼ ਨੂੰ ਲੜਨਾ, ਸੰਘਰਸ਼ ਜਿੱਤ ਪ੍ਰਾਪਤ ਕਰਨੀ, ਚੋਣਾਂ ਲੜਨੀਆਂ ਤੇ ਉਹ ਤੋਂ ਅੱਗੇ ਬਹੁਤ ਮੁਸ਼ਕਲ ਕੰਮ ਚੋਣਾਂ ਜਿੱਤਣੀਆਂ, ਬਹੁਤ ਵੱਖਰੇ ਵੱਖਰੇ ਦੋ ਪਹਿਲੂ ਆ। ਕਈ ਵਾਰੀ ਸੀ ਮੈਨੂੰ ਲੱਗਦਾ ਕਿ ਮੈਂ ਦੇਖ ਰਿਹਾ ਕਿ ਬਹੁਤ ਰਲਗੱਡ ਹੋ ਰਿਹਾ, ਕਿ ਰਲਗੱਡ ਇਸ ਤਰੀਕੇ ਨਾਲ ਹੋ ਰਿਹਾ ਕਿ ਜਿੱਦਾਂ ਠੀਕ ਆ ਹੁਣ ਕਿਸਾਨਾਂ ਨੇ ਉੱਥੋਂ ਮੋਰਚਾ ਜਿੱਤ ਲਿਆ ਵਾ ਤੇ ਹੁਣ ਕਿਸਾਨਾਂ ਨੇ ਆਣ ਕੇ ਪੰਜਾਬ ਦੀ ਰਾਜਨੀਤੀ ਜਾਂ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਮੋਰਚਾ ਜਿੱਤਣਾ। ਮੇਰੇ ਖਿਆਲ ਹੈ ਇਹ ਅਜੇ ਬਹੁਤ ਹੀ ਜਿਹੜੀਆਂ ਇਸ ਕਿਸਮ ਦੀ ਜਿਹੜੀ ਗੱਲ ਹੈਗੀ, ਮੈਨੂੰ ਤਾਂ ਲੱਗੂਗਾ ਵੀ ਇਹ ਕਾਫੀ ਹੱਦ ਤੱਕ ਬਚਕਾਨਾ ਗੱਲ ਹੈਗੀ ਆ ਕਿ ਇਸ ਕਿਸਮ ਦੀ ਜਿਹੜੀ ਹਾਈਪ ਖੜੀ ਕਰਨੀ। ਹਾਂ, ਇਹ ਗੱਲ ਠੀਕ ਹੈਗੀ ਆ ਕਿ ਕਿਸਾਨਾਂ ਨੇ ਆਪਣੇ ਸੰਘਰਸ਼ ਦੇ ਵਿੱਚ ਕਿਸਾਨੀ ਮੁੱਦੇ ਨੂੰ ਸੈਂਟਰ ਦੇ ਵਿੱਚ ਲਿਆਂਦਾ ਔਰ ਇਸ ਸੰਘਰਸ਼ ਦੇ ਵਿੱਚ ਇੱਕ ਉਸ ਸਰਕਾਰ ਜਿਹੜੀ ਪੂਰੀ ਤਰ੍ਹਾਂ ਆਪਣੇ ਆਪ ਨੂੰ ਤਾਨਾਸ਼ਾਹੀ ਸਰਕਾਰ ਸੀਗੀ, ਜਿਹਦੇ ਵਿੱਚ ਡਿਸੀਜ਼ਨ ਮੇਕਿੰਗ ਸਾਰੀ ਸੈਂਟਰਲਾਈਜ਼ ਸੀਗੀ, ਇੱਕ ਜਾਂ ਦੋ ਬੰਦਿਆਂ ਦੇ ਕੋਲ ਉਹਦਾ ਦਾ ਕੰਮ ਸੀ, ਮਾਈ ਵੇ ਔਰ ਹਾਈਵੇ। ਨਾ ਉੱਥੇ ਕੋਈ ਪਾਰਟੀ ਦਾ ਕੋਈ ਸੁਣੀ ਜਾਂਦੀ ਆ, ਨਾ ਉੱਥੇ ਹੋਰ ਮੰਤਰੀਆਂ ਦੀ ਸੁਣੀ ਜਾਂਦੀ ਆ। ਐਡੀ ਵੱਡੀ ਸਰਕਾਰ ਨੂੰ ਜਿਹੜਾ ਹੈਗਾ ਉਹਨਾਂ ਨੇ ਮਤਲਬ ਧੂੜ ਆਪਾਂ ਕਹਿੰਦੇ ਨੇ ਚਟਾਈ ਆ। ਔਰ ਸ਼ਾਇਦ ਕਿਸਾਨਾਂ ਨੂੰ ਵੀ ਮੈਨੂੰ ਲੱਗਦਾ ਕਿ ਆਸ ਨਹੀਂ ਸੀਗੀ ਵੀ ਇਸ ਤਰੀਕੇ ਦੇ ਨਾਲ ਇਹ ਸਰਕਾਰ ਜਿਹੜੀ ਉਹ ਸਰੈਂਡਰ ਕਰ ਦੂਗੀ। ਤੋ ਇਹ ਸਾਰਾ ਜਿਹੜਾ ਘਟਨਾ ਚੱਕਰ ਹੋਇਆ ਵਾ, ਮੈਨੂੰ ਤਾਂ ਲੱਗਦਾ ਕਿ ਬਹੁਤ ਥੋੜੇ ਦਿਨਾਂ ਦੇ ਵਿੱਚ ਹੋਇਆ ਔਰ ਇਹ ਸਰਕਾਰ ਵੱਲੋਂ ਇੱਕ ਕਿਸਮ ਦਾ ਟ੍ਰੈਪਿੰਗ ਵੀ ਹੈਗੀ ਆ, ਕਿਉਂਕਿ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਨਾਲ ਸਭ ਤੋਂ, ਜਾਂ ਬੀਜੇਪੀ ਸਰਕਾਰ ਹੈ, ਸਭ ਤੋਂ ਵੱਡਾ ਮੁੱਦਾ ਯੂਪੀ ਦੀ ਇਲੈਕਸ਼ਨ। ਔਰ ਯੂਪੀ ਦੀ ਇਲੈਕਸ਼ਨ ਜਿਹੜੀ ਹੈਗੀ ਆ, ਜੇ ਇਹ ਸਰਕਾਰ, ਮੋਦੀ ਸਰਕਾਰ ਉਹ ਇਲੈਕਸ਼ਨ ਹਾਰਦੀ ਆ, ਜੇ ਉਹ ਕੋਸ਼ਿਸ਼ ਕਰਨਗੇ ਕਿ ਇਹ ਉਹਨਾਂ ਦੀ ਸਰਕਾਰ ਬਣੇ, ਔਰ ਉਹ ਜਿਸ ਤਰੀਕੇ ਨਾਲ ਕੋਸ਼ਿਸ਼ ਉਹਨਾਂ ਸ਼ੁਰੂ ਕਰ ਦਿੱਤੀ ਹੈ, ਜਿੰਨੇ ਉਹਨਾਂ ਕੋਲ ਸਾਧਨ ਹੈਗੇ ਆ, ਉਹ ਆਪਾਂ ਕੁਛ ਨਹੀਂ ਕਹਿ ਸਕਦੇ ਉਹਦੇ ਵਿੱਚੋਂ, ਬਹੁਤ ਤਕੜੀ ਫਾਈਟ ਦੇਣ ਦੇ ਮੂਡ 'ਚ ਹੈ। ਬਾਕੀ ਰਹੀ ਪੰਜਾਬ ਦੀ ਗੱਲ, ਜਦੋਂ ਪੰਜਾਬ ਦੀ ਇਲੈਕਸ਼ਨ ਦੀ ਗੱਲ ਕਰਦੇ ਹਾਂ ਕਿ ਸਾਰੇ ਜਿਹੜੇ ਅਪਰੋਪਰੀਏਟ ਕਰਨ ਡਏ ਆ ਕਿਸਾਨੀ ਨੂੰ,
ਹੁਣ ਕਿਸਾਨੀ ਦੇ ਵਿੱਚ ਜੇ ਤਾਂ ਆਪਾਂ ਜਿਹੜਾ ਹੈਗਾ ਲੈਂਡਲੈਸ ਬੰਦਾ ਹੈਗਾ ਵਾ, ਦਲਿਤ ਭਾਈਚਾਰਾ ਵਾ, ਜੇ ਤਾਂ ਉਹਨੂੰ ਜੋੜਦੇ ਨਾਲ ਉਹ ਤਾਂ ਫਿਰ ਗੱਲ ਬਣਦੀ ਆ ਕਿ ਕਿਸਾਨੀ ਦਾ ਨੰਬਰ ਬਹੁਤ ਵੱਡਾ ਹੁੰਦਾ। ਜਦੋਂ ਲੈਂਡਲੈਸ ਲੋਕ ਜਿਹੜੇ ਹੈਗੇ ਆ, ਭਾਵੇਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਨਹੀਂ, ਥੋੜੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਵੀ ਇਹਦੇ ਵਿੱਚ ਹਿੱਸੇਦਾਰ ਪਾਈ ਆ, ਪਰ ਉਹਨਾਂ ਦੀ ਗਿਣਤੀ ਕੋਈ ਬਹੁਤ ਜ਼ਿਆਦਾ ਵੱਡੀ ਨਹੀਂ ਸੀਗੀ। ਤਾਂ ਇਸ ਕਰਕੇ ਜਿਹੜੀ ਇਹ ਆਉਣ ਵਾਲੀਆਂ ਚੋਣਾਂ ਹੈਗੀਆਂ ਜਾਂ ਜਿਹੜੀ ਦੇਸ਼ ਰਾਜਨੀਤੀ ਆ, ਇਹਨੂੰ ਬਹੁਤ ਹੀ ਇੱਕ ਸੂਖਮ ਤਰੀਕੇ ਦੇ ਨਾਲ, ਪ੍ਰੈਕਟੀਕਲ ਤਰੀਕੇ ਦੇ ਨਾਲ ਵੇਖਣ ਦੀ, ਇੰਟਰਵੈਟ ਕਰਨ ਦੀ ਤੇ ਸਟੇਟਮੈਂਟਾਂ ਦੇਣ ਦੀ ਲੋੜ ਹੈਗੀ ਆ। ਇਹ ਨਾ ਹੋਵੇ ਕਿ ਇਹਨਾਂ ਨੂੰ ਚੁੱਕ ਚੁਕਾ ਕੇ ਜਿਹੜਾ ਹੈਗਾ ਵਾ ਉਹ ਕਹਿਣ ਜੀ ਤੁਸੀਂ ਮੁੱਖ ਮੰਤਰੀ ਬਣ ਜਾਓ ਜੀ, ਤੁਹਾਨੂੰ ਉਹ ਬਣ ਜਾਈਏ, ਤੇ ਮੁੜ ਕੇ ਬਹੁਤ ਇਹਦੀਆਂ ਜ਼ਮਾਨਤਾਂ ਜ਼ਬਤ ਹੋ ਜਾਣ, ਤੇ ਜਿਹੜੀ ਇਹਨਾਂ ਨੇ ਖੱਟੀ ਖਟਾਈ ਹੈਗੀ ਆ, ਜਿਹੜੀ ਇਹਨਾਂ ਨੇ ਕਮਾਈ ਕੀਤੀ ਆ ਪਿਛਲੇ 1 ਸਾਲ ਦੇ ਵਿੱਚ, ਉਹ ਦੁਨੀਆ ਦੇ ਵਿੱਚ ਆਪਣਾ ਨਾਮ ਜਿਹੜਾ ਹੈ ਰੋਸ਼ਨ ਕੀਤਾ ਹੈ, ਔਰ ਦੁਨੀਆ ਨੂੰ ਇੱਕ ਆਸ ਦਿੱਤੀ ਆ, ਤੇ ਫਿਰ ਸਾਰੀ ਜਿਹੜੀ ਹੁੰਦੀ ਨਾ, ਉਹ ਆਪਾਂ ਕਹਿੰਦੇ ਨੇ ਵੀ ਉਹ ਸਾਰੀ ਦੀ ਸਾਰੀ ਫਿਰ ਧਰੀ ਧਰਾਈ ਰਹਿ ਜਾਵੇ। ਤੇ ਦੂਸਰੀਆਂ ਪਾਰਟੀਆਂ ਖਾਸ ਕਰਕੇ ਜੇ ਬੀਜੇਪੀ ਦੀ ਟ੍ਰੈਪਿੰਗ ਹੋਵੇ ਕਿ ਇਹਨਾਂ ਨੂੰ ਵਾਪਸ ਭੇਜੋ, ਇਹ ਚੋਣਾਂ ਦਾ ਸਵਾਦ ਚੱਖਣ, ਔਰ ਉੱਥੇ ਜਾ ਕੇ ਫਿਰ ਇਹਨਾਂ ਨੂੰ ਨਮੋਸ਼ੀ ਹੋਵੇ, ਤੇ ਫਿਰ ਕੱਲ ਨੂੰ ਫਿਰ ਜੇ ਸਾਡੇ ਨਾਲ ਗੱਲਬਾਤ ਕਰਨ ਹੋਣ ਤੇ ਅਸੀਂ ਕਹਾਂਗੇ ਇਹ ਸਾਰਾ ਜਿਹੜਾ ਅੰਦੋਲਨ ਸੀਗਾ ਇਹ ਰਾਜਨੀਤਿਕ ਸੀ। ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਕਿਸਾਨ ਲੀਡਰਸ਼ਿਪ ਬਹੁਤ ਹੀ ਸਿਆਣੀ ਆ, ਉਹ ਸਮਝਦੇ ਇਸ ਗੱਲ ਨੂੰ। ਰਾਜੇਵਾਲ ਸਾਹਿਬ ਦੇ ਮੂੰਹ ਆਪਣੇ ਤੌਰ ਤੇ ਮੈਂ ਕੋਈ ਬਿਆਨ ਸੁਣਿਆ ਨਹੀਂ ਵੀ ਮੈਂ ਮੁੱਖ ਮੰਤਰੀ ਬਣਨ ਨੂੰ ਤਿਆਰ ਬੈਠਾ ਵਾਂ, ਔਰ ਮੁੱਖ ਮੰਤਰੀ ਦੀ ਕੁਰਸੀ ਇੰਨੀ ਇਹ ਵੀ ਨਹੀਂ ਹੈਗੀ ਵੀ ਉੱਥੇ ਜਾ ਕੇ ਉਹਨੂੰ ਬਿਠਾ ਦਿੱਤਾ ਜੀ, ਲਓ ਜੀ ਤੁਸੀਂ ਜਿਹੜਾ ਹੈਗਾ ਬਹਿ ਜਾਓ ਕੁਰਸੀ ਦੇ ਉੱਤੇ। ਜਾਂ ਪੰਜਾਬ ਦੇ ਮੁੱਖ ਮੰਤਰੀ ਬਣਨਾ ਜਿਹੜਾ ਹੈਗਾ ਉਹ ਵੇਖ ਕੰਡਿਆਂ ਦੀ ਤਾਜ ਤੋਂ ਘੱਟ ਨਹੀਂ ਹੈ। ਜਿਸ ਤਰੀਕੇ ਨਾਲ ਸਾਡੇ ਉਸ ਸਕਵੀਜ਼ ਹੋਏ ਆ, ਜਿਸ ਤਰੀਕੇ ਨਾਲ ਸਾਡੀ ਜਿਹੜੀ ਹੈਗੀ ਇੱਥੇ ਸਾਰੀ ਰਾਜਨੀਤੀ ਹੈ, ਜਿਸ ਤਰੀਕੇ ਨਾਲ ਭ੍ਰਿਸ਼ਟਾਚਾਰ ਹੈ, ਜਿਸ ਤਰੀਕੇ ਦੇ ਨਾਲ ਸਾਡੇ ਸਿਰ ਤੇ ਕਰਜ਼ਾ ਹੈ, ਜਾਂ ਜਿਸ ਤਰੀਕੇ ਨਾਲ ਲੋਕਾਂ ਦੀਆਂ ਆਸ਼ਾਵਾਂ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਵਧਾ ਦਿੱਤੀਆਂ, ਕਿੰਨਾ ਪਾਪੂਲਿਜ਼ਮ ਹੈ, ਪਾਪੂਲਿਜ਼ਮ ਨਹੀਂ ਹੈ, ਅਲਟਰਾ ਪਾਪੂਲਿਜ਼ਮ ਹੈਗਾ, ਬਿਨਾਂ ਸੋਚਿਆ ਕਿ ਸਾਡੇ ਰਿਸੋਰਸਿਸ ਕਿੰਨੇ ਹੈਗੇ, ਸਾਡੇ ਕੋਲ ਪੈਸੇ ਆਉਣੇ ਕਿੱਥੋਂ ਆ। ਮੈਂ ਤਾਂ ਪਹਿਲੇ ਸਮੇਂ 'ਚ ਇਹੀ ਦੇਖ ਰਿਹਾ ਵੀ ਦੇਣ ਦੀ ਗੱਲ ਕਰ ਰਹੇ ਆ, ਕਿੱਥੋਂ ਲੈਣੇ ਆ ਉਹਦੀ ਕੋਈ ਗੱਲ ਨਹੀਂ ਕਰ ਰਿਹਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਠੀਕ ਹੈ ਕਿਸਾਨ ਉੱਥੋਂ ਆਏ ਆ, ਤੇ ਕਿਸਾਨ ਹੁਣ ਕਿਉਂਕਿ ਅਜੇ ਪਿੰਡ ਆਏ ਹੀ ਆ, ਪਿੰਡਾਂ ਦੇ ਹਾਲਾਤਾਂ ਨੂੰ ਸਮਝਣਗੇ, ਉਹਦੇ ਵਿੱਚ ਵੇਖਣਗੇ, ਕਿਤੇ ਪਿੰਡਾਂ ਦੇ ਵਿੱਚ ਧੜੇਬੰਦੀ ਹੈ, ਕਿਤੇ ਇਹ ਨਾ ਹੋਵੇ ਕਿ ਉਸੇ ਧੜੇਬੰਦੀ ਦਾ ਸ਼ਿਕਾਰ ਹੋ ਜਾਓ। ਹਾਂ, ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕਿਸਾਨੀ ਦੇ ਮਾਮਲੇ ਦੇ ਵਿੱਚ ਅੱਜ ਤੱਕ ਅਕਾਲੀ ਦਲ ਨੂੰ ਕੋਈ ਬੀਟ ਨਹੀਂ ਕਰ ਸਕਿਆ। ਪਿਛਲੀ ਇਲੈਕਸ਼ਨ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਵੋਟ ਸੀਗੀ ਉਹ ਅਕਾਲੀ ਦਲ ਬੀਜੇਪੀ ਨੂੰ ਪਈ ਸੀ। ਕਾਂਗਰਸ ਦਾ ਐਡਵਾਂਟੇਜ ਸ਼ਹਿਰਾਂ ਦੇ ਵਿੱਚ ਤੇ ਕਸਬਿਆਂ ਦੇ ਵਿੱਚ ਸੀਗਾ, ਠੀਕ ਆ, ਕਿਉਂਕਿ 3 ਕਾਰਨਰ ਕੰਟੈਸਟ ਸੀਗਾ, ਆਮ ਆਦਮੀ ਪਾਰਟੀ ਸੀਗੀ, ਬੀਜੇਪੀ, ਅਕਾਲੀ ਦਲ ਸੀਗਾ, ਕਾਂਗਰਸ ਸੀਗੀ। ਅਕਾਲੀ ਦਲ ਨੇ ਆਪਣਾ ਵੋਟ ਸ਼ੇਅਰ ਲਿਆ ਉਹਦੇ ਵਿੱਚ, ਉਹ ਵੋਟ ਸ਼ੇਅਰ ਨਹੀਂ ਛੱਡਦਾ, ਤੇ ਜੇ ਇਹਦੇ ਵਿੱਚ ਹੋਰ ਚੌਥੀ ਪੰਜਵੀਂ ਪਾਰਟੀ ਵੜ ਜਾਂਦੀ ਆ ਤੇ ਮੇਰਾ ਖਿਆਲ ਆ ਵੀ ਇਹ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਵੀ ਕਿਹੜੇ ਪਾਸੇ ਨੂੰ ਹਵਾ ਜਿਹੜੀ ਵਗਣੀ ਆ ਔਰ ਕਿਹਨੂੰ ਐਡਵਾਂਟੇਜ ਹੋਊਗਾ। ਪਰ ਇਹ ਗੱਲ ਨੂੰ ਮੈਂ ਕਹਿ ਸਕਦਾ ਕਿ ਜੇ ਕਿਸਾਨ ਇਹ 'ਚ ਜੇ ਪਾਰਟਿਸਿਪੇਟ ਕਰਦੇ ਆ ਤੇ ਉਹਨਾਂ ਨੂੰ ਆਪਣਾ ਸਾਰਾ ਲੇਖਾ ਜੋਖਾ ਕਰਨਾ ਚਾਹੀਦਾ। ਇਹ ਨਾ ਹੋਵੇ ਕਿ ਕਈ ਇੱਦਾਂ ਦੇ ਕਿਸਾਨ ਵੀ ਹੈਗੇ ਆ ਕਿ ਜਿਹੜੇ ਬੈਠੇ ਹੈ ਬਾਹਰਲੀਆਂ ਸਟੇਟਾਂ ਦੇ, ਤੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਆ ਜਿੱਦਾਂ ਲੱਗਦਾ ਵੀ ਅਸੀਂ ਜਿਹੜਾ ਹੈਗਾ ਸਾਰਾ ਕੰਮ ਇਹਦੇ ਦੁਆਲੇ ਦੁਆਲੇ ਘੁੰਮਦਾ ਹੈ। ਪੰਜਾਬ ਦੇ ਵਿੱਚ 40% 42% ਜਿਹੜੀ ਹੈਗੀ ਆ ਉਹ ਨੌਨ ਸਿੱਖ ਪਾਪੂਲੇਸ਼ਨ ਹੈ 31-32% ਜਿਹੜੀ ਹੈਗੀ ਆ ਉਹ ਤੁਹਾਡੀ ਦਲਿਤ ਭਾਈਚਾਰਾ ਹੈ, ਬਾਕੀ ਜਿਹੜਾ OBC ਵਾਲਾ ਹੈ। ਤਾਂ ਕਿਸਾਨੀ ਦਾ ਇਹ ਦੱਸਣਾ ਉਹ ਵੀ ਕਿਸਾਨ ਹੈ ਕਿੰਨੇ ਆ, ਉਹਨਾਂ ਦੀਆਂ ਵੋਟਾਂ ਕਿੰਨੀਆਂ ਹੈ, ਕਿਉਂਕਿ ਜਿਹੜੀ ਇਲੈਕਸ਼ਨ ਹੁੰਦੀ ਆ ਜਿੱਤਣੀ ਜਾਂ ਹਾਰਨੀ ਉਹ ਨੰਬਰ ਦੇ ਸਿਰ ਤੇ ਹੁੰਦੀ ਆ। ਤਾਂ ਮੇਰੇ ਖਿਆਲ ਇਹ ਸਾਰੀਆਂ ਚੀਜ਼ਾਂ ਧਿਆਨ 'ਚ ਰੱਖ ਕੇ ਕੋਈ ਨਾ ਕੋਈ ਜਿਹੜਾ ਫੈਸਲਾ ਉਹ ਲੈਣਗੇ ਜਾਂ ਫੈਸਲਾ ਕਰਨਗੇ। ਹਾਂ, ਇਹਨਾਂ ਕਿ ਸਾਨੂੰ ਹਾਈਪ ਨਹੀਂ ਕ੍ਰੀਏਟ ਕਰਨੀ ਚਾਹੀਦੀ ਕਿ ਇਹਦੇ ਨਾਲ ਜਿਹੜਾ ਹੈਗਾ ਵੀ ਅਸੀਂ ਕਹੀਏ ਤਾਂ ਮੁੜ ਕੇ ਟਰੈਪ ਹੋ ਜਾਈਏ ਤੇ ਕੱਲ ਨੂੰ ਨਾ ਉਧਰ ਜੋਗੇ ਰਹੀਏ ਤੇ ਨਾ ਅਸੀਂ ਇਸ ਪਾਸੇ ਜੋਗੇ ਰਹੀਏ। ਜਗਰੂਪ ਸਿੰਘ ਜੀ, ਜਦੋਂ ਤੁਸੀਂ ਗੱਲ ਕਰਦੇ ਹੋ ਅੰਕੜਿਆਂ ਦੀ ਕਿ ਕਿਸਾਨਾਂ ਨੂੰ ਇਹ ਚੀਜ਼ ਦੇਖਣੀ ਪੈਣੀ ਹੈ ਕਿ ਕਿੱਥੇ ਉਹਨਾਂ ਦਾ ਪ੍ਰਭਾਵ ਹੈ, ਕੀ ਇਹਨਾਂ ਨੂੰ ਚਾਹੀਦਾ ਨਹੀਂ ਕਿ ਜਿੰਨੀਆਂ ਸੀਟਾਂ ਦੇ ਉੱਤੇ ਪ੍ਰਭਾਵ ਹੈ ਉੱਥੇ ਹੀ ਕਿਸਾਨ ਲੀਡਰ ਆ ਕੇ ਅੱਗੇ ਖੜ ਜਾਣ? ਕਿਉਂਕਿ ਲੋਕ ਜਿਵੇਂ ਲਗਾਤਾਰ ਸਵਾਲ ਹਰ ਇੱਕ ਕਿਸੇ ਨੂੰ ਅਸੀਂ ਕਰੀਦਾ ਕਿ ਲੋਕ ਬਦਲਾਅ ਚਾਹੁੰਦੇ ਨੇ, ਲੋਕ ਚਾਹੁੰਦੇ ਨੇ ਕਿ ਸਾਨੂੰ ਕੋਈ ਬਦਲਾਅ ਮਿਲੇ। ਜ਼ਰੂਰੀ ਇਹ ਨਹੀਂ ਕਿ ਕਿਸਾਨ ਇਸ ਵਾਰੀ ਸੱਤਾ ਦੇ ਵਿੱਚ ਆ ਕੇ ਸਰਕਾਰ ਬਣਾ ਜਾਣ, ਜ਼ਰੂਰੀ ਇਹ ਹੋ ਜਾਂਦਾ ਕਿ ਜਿੱਥੇ ਜਿੱਥੇ ਤੁਹਾਡਾ ਪ੍ਰਭਾਵ ਹੈ ਤੁਸੀਂ ਉੱਥੇ ਉਮੀਦਵਾਰ ਖੜੇ ਕਰੋ, ਤੇ ਉਹ ਉਮੀਦਵਾਰ ਜਦੋਂ ਸਿਆਸਤ ਦੇ ਵਿੱਚ ਆਉਣਗੇ ਤਾਂ ਆਪਣੇ ਕਿਸਮ ਦੀ ਸਿਆਸਤ ਲੈ ਕੇ ਆਉਣਗੇ ਤੇ ਲੋਕ ਉਹਨਾਂ ਦਾ ਪ੍ਰਭਾਵ ਕਬੂਲਣਗੇ, ਫਿਰ ਹੌਲੀ ਹੌਲੀ ਜਿਹੜਾ ਉਹ ਪੈਰ ਪੈਂਦਾ ਪੈ ਜਾਣਾ। ਮੈਨੂੰ ਨਹੀਂ ਲੱਗਦਾ ਇਦਾਂ ਹੈ। ਤੁਸੀਂ ਇਹ ਨਹੀਂ ਹੁੰਦਾ ਜਦੋਂ ਤੁਸੀਂ ਇਦਾਂ ਦਾ ਕਹਿੰਦੇ ਵੀ ਸਾਡਾ ਪ੍ਰਭਾਵ ਕਿਤੇ ਪੋਲਿਟਿਕਸ ਦੇ ਵਿੱਚ, ਚੋਣਾਂ ਦੇ ਵਿੱਚ ਤੁਹਾਨੂੰ ਹਰ ਤਬਕੇ ਨੂੰ ਨਾਲ ਲੈ ਕੇ ਚੱਲਣ ਦੇ ਨਾਲ ਹੀ ਸਫਲਤਾ ਮਿਲਦੀ ਆ। ਤੁਸੀਂ ਸਿਰਫ ਇਹ ਕਹੋ ਕਿ ਕਿਸਾਨੀ ਜਿਹੜੀ ਹੈਗੀ ਆ ਉਹ ਜਿਹੜੀ ਉੱਥੇ ਜਿੱਥੇ ਪ੍ਰਭਾਵ ਹੈ ਪਿੰਡਾਂ ਦੇ ਵਿੱਚ ਹੈ, ਉਹਦੇ ਨਾਲ ਹੀ ਅੱਗੇ ਚੱਲਣ, ਕਿਉਂਕਿ ਇਹ
ਜਿਹੜੀ ਇਲੈਕਸ਼ਨ ਹੈਗੀ ਆ ਇਹ ਕਈ ਕਾਰਨਰ ਇਲੈਕਸ਼ਨ ਹੈਗੀ ਆ ਔਰ ਉਹਦੇ ਵਿੱਚ ਕਈ ਧਿਰਾਂ ਉਹਦੇ ਵਿੱਚ ਬੈਠੀਆਂ ਹੈਗੀਆਂ ਵਾ ਔਰ ਕਦੀ ਵੀ ਨਹੀਂ ਹੁੰਦਾ ਵੀ ਉਹ ਕਿਸਾਨਾਂ ਨੂੰ ਇਹ ਜਗ੍ਹਾ ਛੱਡ ਦੇਣਗੇ। ਲਓ ਜੀ ਆ ਕਿਸਾਨ ਆ ਗਏ ਆ, ਅਸੀਂ ਇਹ ਜਿਹੜੀ ਜਗ੍ਹਾ ਜਿਹੜੀ ਹੈ ਇਹਨਾਂ ਨੂੰ ਛੱਡ ਦਿੰਦੇ ਆ, ਬਾਕੀ ਸਾਰੇ ਲਾਂਭੇ ਹੋ ਜਾਣੇ। ਹਰ ਪਾਰਟੀ ਤੁਸੀਂ ਦੇਖਿਆ ਹੋਣਾ ਕਿ ਪਹਿਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਜਿਹੜਾ ਹੈਗਾ ਵਾ ਭਨਾਉਣ ਦੀ ਕੋਸ਼ਿਸ਼ ਕਰਦੀ ਆ। ਅਕਾਲੀ ਦਲ ਵਾਲੇ ਇਹ ਕਲੇਮ ਕਰਦੇ ਆ ਵੇਖੋ ਜੀ ਸਾਨੂੰ ਗੱਦੀ ਛੱਡਣੀ ਪਈ, ਭਾਵੇਂ ਕਿ ਗੱਦੀ ਆਪਾਂ ਸਭ ਨੂੰ ਪਤਾ ਹੈ ਜੋ ਕਿਸਾਨਾਂ ਨੇ ਮਜਬੂਰ ਕੀਤਾ ਸੀ ਉਹਨਾਂ ਨੂੰ ਉਹ ਛੱਡ ਕੇ ਆਏ ਸੀ। ਕਾਂਗਰਸ ਲੰਮੇ ਸਮੇਂ ਤੋਂ ਅਮਰਿੰਦਰ ਸਿੰਘ ਦੇ ਸਮੇਂ ਤੋਂ ਵੀ ਕਹਿ ਰਹੀ ਆ ਵੀ ਮੈਂ ਕੋਈ ਕੇਸ ਦਰਜ ਨਹੀਂ ਹੋਇਆ ਜਾਂ ਇਸ ਕਿਸਮ ਦਾ ਰੋਕਾ ਰੋਕੀ ਨਹੀਂ ਹੋਈ ਜਾਂ ਉਹਨਾਂ ਨੂੰ ਫ੍ਰੀ ਦੇ ਸਕਿਆ ਜਾਂ ਫਰੀਡਮ ਦਿੱਤੀ ਉਹਨਾਂ ਨੂੰ, ਉਹ ਵੀ ਇਹਨੂੰ ਅਪਰੋਪਰੀਏਟ ਕਰਨ ਦੀ ਕਰਨਗੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਦਿੱਲੀ ਦੇ ਵਿੱਚ ਅਸੀਂ ਬਹੁਤ ਸੇਵਾ ਕੀਤੀ, ਅਸੀਂ ਇਹਨਾਂ ਦੇ ਹਮਦਰਦ ਬਣੇ ਆ, ਅਸੀਂ ਇਹਨਾਂ ਦੀ ਬਹੁਤ ਸੇਵਾ ਕੀਤੀ ਆ, ਅਸੀਂ ਇਹਨਾਂ ਨੂੰ ਹਰ ਕਿਸਮ ਦੀਆਂ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕਰਦੇ ਆ। ਉਹ ਜਿਹੜੇ ਹੈਗੇ ਆ ਉਹ ਆਪਣਾ ਕਲੇਮ ਕਰਦੇ ਆ। ਸਿਰਫ ਤੇ ਸਿਰਫ ਇੱਕ ਬੀਜੇਪੀ ਪਾਰਟੀ ਆ ਜਿਹਨੂੰ ਲੱਗਦਾ ਹੈ ਕਿ ਉਹਨਾਂ ਨੇ ਕਿਸਾਨਾਂ ਦੇ ਜਿਹੜੀ ਹੈਗੀ ਸੀ ਕਿਉਂਕਿ ਉਹਨਾਂ ਦੀ ਸੈਂਟਰਲ ਪਾਰਟੀ ਦਾ ਫੈਸਲਾ ਸੀ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਕਿਸਾਨੀ ਸੰਘਰਸ਼ ਦੀ ਜਿੱਤ ਦੇ ਜਾਂ ਕਿਸਾਨੀ ਸੰਘਰਸ਼ ਦੀ ਸਾਰਾ ਜਿਹੜਾ ਪਹਿਲੇ ਸਮੇਂ ਦਾ ਇਤਿਹਾਸ ਹੈ ਉਹਦੇ ਕਲੇਮੈਂਟ ਬਹੁਤ ਜ਼ਿਆਦਾ ਆ। ਔਰ ਜੇ ਉਹਦੇ ਵਿੱਚੋਂ ਤੁਸੀਂ ਕਿਉਂਕਿ ਉਹ ਸਟੈਬਲਿਸ਼ਡ ਹੈਗੇ ਆ, ਉਹਨਾਂ ਕੋਲ ਆਰਗੇਨਾਈਜੇਸ਼ਨ ਸਟਰਕਚਰਸ ਹੈਗਾ ਵਾ, ਉਹਨਾਂ ਕੋਲ ਰਿਸੋਰਸਿਸ ਹੈਗੇ ਆ, ਉਹਨਾਂ ਕੋਲ ਢਾਂਚਾ ਹੈਗਾ, ਸਾਰਾ ਕੁਝ ਹੈਗਾ। ਇਹ ਗੱਲ ਤਾਂ ਠੀਕ ਹੈ ਤੁਹਾਡੀ ਗੱਲ ਕਿ ਪੰਜਾਬ ਦੇ ਲੋਕ ਜਿਹੜਾ ਬਦਲਾਅ ਚਾਹੁੰਦੇ ਆ। ਆਪਾਂ ਦੇਖਿਆ ਕਿ 92-93 ਦੇ ਵਿੱਚ ਵੀ ਉਹਨਾਂ 92 ਦੇ ਵਿੱਚ ਵੀ ਉਹਨਾਂ ਨੇ BSP ਨੂੰ ਇੱਕ ਵੱਡੀ ਗਿਣਤੀ ਦੇ ਵਿੱਚ ਸਪੋਰਟ ਕੀਤੀ ਸੀਗੀ। ਫਿਰ 2014 ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਪਾਸੇ ਵੱਲ ਆਏ। 17 ਅਗਸਤ ਤੱਕ ਉਹ ਤਿਆਰ ਬੈਠੇ ਸੀਗੇ ਪਰ ਮੁੜ ਕੇ ਆਮ ਆਦਮੀ ਪਾਰਟੀ ਦਾ ਜੋ ਕਿਰਦਾਰ ਸਾਰਿਆਂ ਦੇ ਸਾਹਮਣੇ ਹੈਗਾ ਫਿਰ ਰਵਾਇਤੀ ਪਾਰਟੀਆਂ ਕੋ ਆ ਗਏ। ਤੇ ਮੈਨੂੰ ਲੱਗਦਾ ਹੈ ਕਿ ਇਸ ਕੰਮ ਲਈ ਹਾਂ ਇਹ ਠੀਕ ਆ, ਮੈਂ ਇਸ ਗੱਲ ਦਾ ਤਾਇਦ ਕਰਦਾ ਹੈ ਕਿ ਕਿਸਾਨਾਂ ਨੇ ਬਹੁਤ ਵੱਡੀ ਜਿੱਤ ਲੜੀ ਹੈ। 500 ਜਥੇਬੰਦੀਆਂ ਦਾ ਮੋਰਚਾ ਹੈ ਸੰਯੁਕਤ ਕਿਸਾਨ ਮੋਰਚਾ, 32 ਜਥੇਬੰਦੀਆਂ ਪੰਜਾਬ ਦੀਆਂ ਹੈਗੀਆਂ। ਹੁਣ ਇਹਨਾਂ ਨੂੰ ਨੈਸ਼ਨਲ ਲੈਵਲ ਤੇ ਠੀਕ ਹੈ ਇਹਨਾਂ ਨੇ 15 ਤਰੀਕ ਨੂੰ ਮੇਰੇ ਖਿਆਲ ਮੈਂ ਕੱਲ ਪੜ੍ਹ ਰਿਹਾ ਸੀਗਾ ਕਿ ਹਰ ਮਹੀਨੇ ਦੇ ਵਿੱਚ ਇੱਕ ਮੀਟਿੰਗ ਰੱਖਿਆ ਕਰਨਗੇ SKM ਵਾਲੇ। ਇਹਨਾਂ ਨੂੰ ਉੱਥੇ ਏਜੰਡਾ ਆਪਣਾ ਜਿਹੜਾ ਹੈਗਾ ਵਾ ਉਹਨੂੰ ਜਿਹੜਾ ਹੈਗਾ ਉਹਨੂੰ ਬਣਾਉਣ ਦੀ ਲੋੜ ਹੈਗੀ ਆ। ਇਸ ਵੇਲੇ ਇਹਨਾਂ ਨੂੰ ਆਪਣਾ ਏਜੰਡਾ ਕੰਸੋਲੀਡੇਟ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਬਣਾ ਸਕਣ ਕਿ ਅਸੀਂ ਸਿਰਫ ਕਿਸਾਨੀ ਵਾਸਤੇ ਨਹੀਂ ਲੜੇ, ਅਸੀਂ ਸਿਰਫ ਜ਼ਮੀਨਾਂ ਵਾਲਿਆਂ ਵਾਸਤੇ ਨਹੀਂ ਲੜੇ, ਅਸੀਂ ਸਧਾਰਨ ਲੋਕਾਂ ਵਾਸਤੇ ਲੜੇ ਆ, ਅਸੀਂ ਛੋਟੇ ਦੁਕਾਨਦਾਰਾਂ ਵਾਸਤੇ ਲੜੇ ਆ, ਅਸੀਂ ਸਰਕਾਰ ਦੀਆਂ ਜ਼ਿਆਦਤੀਆਂ ਦੇ ਖਿਲਾਫ ਲੜੇ ਆ। ਅਸੀਂ ਜਿਹੜਾ ਨਾਨ ਡੈਮੋਕ੍ਰੈਟਿਕ ਫੇਸ ਹੈਗਾ ਸੀ ਚਾਹੇ ਸੈਂਟਰਲ ਗਵਰਨਮੈਂਟ ਦਾ ਹੈ ਚਾਹੇ ਸਟੇਟ ਗਵਰਨਮੈਂਟ ਦਾ ਹੈਗਾ, ਅਸੀਂ ਉਹਦੇ ਖਿਲਾਫ ਖੜੇ ਆ ਤਾਂ ਕਿ ਜਨ ਸਧਾਰਨ ਜਿਹੜਾ ਹੈਗਾ ਵਾ ਉਹ ਉਹਨੂੰ ਨਾਲ ਲੈ ਕੇ ਚੱਲਣ। ਇਹ ਇਸ ਕੰਮ ਲਈ ਹੋ ਸਕਦਾ, ਮੈਂ ਨਹੀਂ ਕਹਿੰਦਾ ਬਹੁਤ ਲੰਮਾ ਸਮਾਂ ਲੱਗੂਗਾ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਹ ਜਿਹੜਾ ਬਹੁਤ ਲੰਮਾ ਸਮਾਂ ਨਹੀਂ ਲੱਗਦਾ ਕਿਉਂਕਿ ਬਹੁਤ ਜਲਦੀ ਇਨਫੋਰਮੇਸ਼ਨ ਪਹੁੰਚਦੀ ਆ। ਤੇ ਜੇ ਉਹ ਏਜੰਡਾ ਬਣ ਜਾਂਦਾ ਹੈ ਜਾਂ ਉਹ ਏਜੰਡਾ ਜਿਹੜਾ ਹੈਗਾ ਇਹ ਆਪਣੇ ਆਪ ਤਿਆਰ ਕਰ ਲੈਂਦੇ ਕਿਉਂਕਿ ਤੁਸੀਂ ਦੇਖਿਆ ਵੱਡੀ ਪਾਰਟੀ ਮੰਨ ਕੇ ਉਗਰਾਹਾਂ ਵਾਲੀ ਪਾਰਟੀ ਹੈਗੀ। ਉਗਰਾਹਾਂ ਦੀ ਪਾਰਟੀ ਨੂੰ ਬਾਹਰ ਕੱਢ ਕੇ ਤੁਸੀਂ ਕਿਸਾਨ ਜਥੇਬੰਦੀਆਂ ਦਾ ਜਾਂ ਕਿਸਾਨ ਤਾਕਤ ਦਾ ਮੈਨੂੰ ਲੱਗਦਾ ਵੀ ਜੇ ਆਪਾਂ ਅੰਕਲਨ ਕਰਦੇ ਆ ਤੇ ਉਹ ਕੋਈ ਬਹੁਤ ਵੱਡੀ ਜਿਹੜੀ ਹੈਗੀ ਆ ਸਾਡੀ ਅਸੀਂ ਤਾਂ ਲੱਗਦਾ ਵੀ ਬਹੁਤ ਵੱਡੀ ਸਮਝ ਨਹੀਂ ਹੋਊਗੀ। ਉਹ ਕੀ ਕਹਿੰਦੇ ਆ ਉਹਨਾਂ ਦਾ ਐਟੀਟਿਊਡ ਬਹੁਤ ਕਲੀਅਰ ਹੈ ਇਸ ਮਸਲੇ ਦੇ ਵਿੱਚ ਕਿ ਜਿੰਨਾ ਚਿਰ ਅਸੀਂ ਉਸ ਪੋਜੀਸ਼ਨ 'ਚ ਨਹੀਂ ਹੈ ਕਿ ਜਿਸ ਪੋਜੀਸ਼ਨ ਦੇ ਵਿੱਚ ਅਸੀਂ ਨੀਤੀ ਨਿਰਧਾਰਨ ਜਿਹੜੀ ਹੈਗੀ ਆ ਉਹਨੂੰ ਕਰ ਸਕੀਏ, ਬਾਕੀ ਤਾਂ ਹਿੱਸੇਦਾਰ ਬਣ ਜਾਂਦੇ ਆ। ਇੱਕ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈਗਾ ਸਾਡਾ ਇੰਡੀਅਨ ਪੋਲੀਟੀਕਲ ਸਿਸਟਮ ਆ, ਇੱਥੇ ਇੰਨੀਆਂ ਵੈਲਿਊਜ਼ ਹੈਗੇ, ਇੰਨੇ ਰਿਸੋਰਸਿਸ ਹੈਗੇ ਆ, ਇੰਨੀਆਂ ਅਪਰਚੂਨਿਟੀਜ਼ ਹੈਗੀਆਂ ਵੀ ਕਈ ਵਾਰੀ ਬਹੁਤੀ ਵਾਰੀ ਦਿਆਨਤਦਾਰ ਤੋਂ ਇਮਾਨਦਾਰ ਬੰਦਾ ਵਿੱਚ ਵਾੜ ਦਿਓ ਤੁਸੀਂ ਤੇ ਉਹ ਜਿਹੜਾ ਉਹ ਮੁੜ ਕੇ ਹੋਰ ਕਿਸਮ ਦਾ ਹੋ ਕੇ ਨਿਕਲੂਗਾ ਬਾਹਰ ਦੇ ਵਿੱਚੋਂ। ਕਿਉਂਕਿ ਇਹਦੇ ਵਿੱਚ ਬੰਦੇ ਨੂੰ ਕਰਪਟ ਕਰਨ ਲਈ, ਇਹ 'ਚ ਬੰਦੇ ਨੂੰ ਐਰੋਗੈਂਟ ਕਰਨ ਵਾਸਤੇ, ਇਹ 'ਚ ਬੰਦੇ ਨੂੰ ਡੀਹਿਊਮਨਾਈਜ਼ ਕਰਨ ਵਾਸਤੇ ਸਾਰੇ ਉਹ ਐਲੀਮੈਂਟ ਸਾਡੀ ਜਿਹੜੀ ਰਾਜਨੀਤੀ ਹੈਗੀ ਆ ਜਾਂ ਰਾਜਨੀਤਿਕ ਤਾਕਤ ਹੈਗੀ ਆ ਉਹਦੇ ਵਿੱਚ ਹੈਗੇ ਆ। ਤੋ ਇਸ ਲਈ ਉਹ ਤੋਂ ਵੀ ਆਪਣੇ ਆਪ ਨੂੰ ਬਚਾ ਰੱਖਣਾ। ਤੋ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਵੀ ਅਸੀਂ ਏਜੰਡੇ ਨੂੰ ਥੋੜ੍ਹਾ ਹੋਰ ਐਕਸਪੈਂਡ ਕੀਤਾ ਜਾਵੇ। ਇਹ ਜਿਹੜੀ ਹੁਣ ਇਹਨਾਂ ਪੋਲੀਟੀਕਲ ਸੋਸ਼ਲਾਈਜੇਸ਼ਨ ਕੀਤੀ ਆ, ਲੋਕਾਂ ਦਾ ਸਮਾਜੀਕਰਨ ਕੀਤਾ ਹੈ, ਲੋਕਾਂ ਨੂੰ ਰਾਜਨੀਤਿਕ ਤੌਰ 'ਤੇ ਚੇਤਨ ਕੀਤਾ ਹੈ। ਇਹ ਵੀ ਬਹੁਤ ਅਜੇ ਵੇਖਣਾ ਪੈਣਾ ਜਿਹੜੇ ਬਹੁਤ ਲੰਮਾ ਸਮਾਂ ਉੱਥੋਂ ਬੈਠ ਕੇ ਆਏ ਆ ਉਹ ਪਿੰਡਾਂ ਜਾਣ ਕੇ ਆਪਣੇ ਆਪ ਨੂੰ ਕਿੱਦਾਂ ਐਡਜਸਟ ਕਰਦੇ ਆ, ਕਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਹੈਗਾ ਲੋਕਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ। ਤਾਂ ਇੱਕ ਪ੍ਰੋਸੈਸ ਸ਼ੁਰੂ ਇਹਨਾਂ ਨੇ ਕੀਤਾ ਪਰ ਉਹ ਪ੍ਰੋਸੈਸ ਤੋਂ ਪਹਿਲੀ ਪੌੜੀ, ਦੂਸਰੀ ਪੌੜੀ, ਤੀਸਰੀ ਪੌੜੀ ਦੇ ਤੌਰ 'ਤੇ ਪ੍ਰੋਸੈਸ ਆ ਪੋਲੀਟੀਕਲ ਪ੍ਰੋਸੈਸ। ਭਾਵੇਂ ਕਿ ਲੜਾਈ ਬਹੁਤ ਵੱਡੀ ਜਿੱਤ ਲਈ ਆ ਪਰ ਇਹਨੂੰ ਅੱਗੇ ਲਿਜਾਣ ਵਾਸਤੇ ਇਹ ਵਾਰਤਾਲਾਪ, ਇਹ ਸਮਝਦਾਰੀ, ਓਪਨ ਡਿਸਕਸ਼ਨ, ਓਪਨ ਜਿਹੜੀ ਹੈਗੀ ਆਪਣੀ ਕਿਸਾਨ ਪਾਰਲੀਮੈਂਟ ਬਣਾ ਸਕਦੇ ਆ। ਮੈਂ ਇਹ ਗੱਲ ਕਹਿੰਦਾ ਕਿਸਾਨ ਅਸੈਂਬਲੀ ਬਣਾ ਲੈਣ। ਇੱਕ ਪੈਰਲਲ 117 ਬੰਦਿਆਂ ਦੀ ਹੈਗੀ ਜਿਹੜੀ ਆਪਣੀ ਅਸੈਂਬਲੀ ਹੈਗੀ ਆ। ਆਮ ਤੌਰ 'ਤੇ ਇੱਕ ਜਿਹੜੀ ਹੁੰਦੀ ਹੈ ਸ਼ੈਡੋ ਕੈਬਨਿਟ ਹੁੰਦੀ ਹੈ ਜਿਹੜੀ ਆਪੋਜੀਸ਼ਨ ਪਾਰਟੀਆਂ ਕਰਦੀ, ਪਰ ਸਾਡੀਆਂ ਆਪੋਜੀਸ਼ਨ ਪਾਰਟੀਆਂ ਵੀ ਉੱਦਾਂ ਦੀਆਂ
ਕੋਈ ਇਹਨਾਂ ਦੇ ਤੁਸੀਂ ਪੁਰਾਣਾ ਕੱਢ ਕੇ ਵੇਖ ਲਓ ਕਿੰਨਾ ਬਹਿਸ ਕਰਦੇ ਆ, ਕਿਹੜੇ ਸਵਾਲ ਕਰਦੇ ਆ, ਸਿਵਾਏ ਇਹ ਜਿਹੜੀ ਜੋ ਇਹਨਾਂ ਦੀ ਆਪਣਾ ਚੱਕਰ ਹੈ ਉਹ ਕਰਦੇ ਆ। ਕਿਸਾਨਾਂ ਨੂੰ ਮੈਨੂੰ ਲੱਗਦਾ ਹੈ ਕਿ 117 ਹਲਕਿਆਂ ਦੇ ਵਿੱਚੋਂ ਹੀ ਆਪਣੇ ਨੁਮਾਇੰਦੇ ਚੁਣ ਕੇ ਇੱਕ ਪੈਰਲਲ ਜਿਹੜੀ ਹੈਗੀ ਆ ਉਹ ਅਸੈਂਬਲੀ ਬਣਾਉਣੀ ਚਾਹੀਦੀ ਆ। ਜਿੱਦਣ ਅਸੈਂਬਲੀ ਦਾ ਸੈਸ਼ਨ ਹੁੰਦਾ, ਇਹ 2 ਦਿਨ ਹੁੰਦਾ, 3 ਦਿਨ ਹੁੰਦਾ, ਇਹਨਾਂ ਨੂੰ 10-10, 15 ਉਹਨਾਂ ਤੋਂ ਡਬਲ ਟ੍ਰਿਪਲ ਜਿਹੜਾ ਹੈਗਾ ਵਾ ਉੱਥੇ ਅਸੈਂਬਲੀ ਦਾ ਸੈਸ਼ਨ ਕਰਨਾ ਚਾਹੀਦਾ। ਹਰ ਵਾਰੀ ਜਿਹੜਾ ਇਹਨਾਂ ਦਾ ਨੁਮਾਇੰਦਾ ਹੋਊਗਾ ਉਹ ਆਪਣੇ ਹਲਕੇ 'ਚ ਜਾਣ ਕੇ ਕਿਸਾਨਾਂ 'ਚ ਬਹਿ ਕੇ ਕਿਸਾਨਾਂ ਦੀਆਂ ਸਥਾਂ 'ਚ ਬੈਠੇ। ਤੇ ਮੈਨੂੰ ਇਹ ਲੱਗਦਾ ਕਿ ਸਾਡਾ ਪਹਿਲਾ ਸਟੈਪ ਇਹ ਜਿਹੜਾ ਹੋਣਾ ਚਾਹੀਦਾ ਹੈ ਕਿ ਸਾਨੂੰ ਇੱਕ ਪੈਰਲਲ ਇੱਕ ਸ਼ੈਡੋ ਅਸੈਂਬਲੀ ਜਾਂ ਸ਼ੈਡੋ ਮਿਨਿਸਟਰੀ ਜਿਹੜੀ ਹੈਗੀ ਆ, ਕਿਉਂਕਿ ਇਹਨਾਂ ਨੇ ਪਿੱਛੇ ਬਹੁਤ ਸਕਸੈਸਫੁਲੀ ਇੱਕ ਪਾਰਲੀਮੈਂਟ ਚਲਾਈ ਹੈ, ਕਿਸਾਨ ਸੰਸਦ ਚਲਾਈ ਆ। ਜੇ ਅਸੀਂ ਉਸ ਪਾਸੇ ਵੱਲ ਪੈਂਦੇ ਹਾਂ ਤੇ ਅਸੀਂ ਲੋਕਾਂ ਨਾਲ ਜੁੜ ਜਾਵਾਂਗੇ। ਫਿਰ ਅਸੀਂ ਸਿਰਫ ਕਿਸਾਨਾਂ ਦੀ ਗੱਲ ਨਹੀਂ ਕਰਦੇ, ਫਿਰ ਅਸੀਂ ਜਨ ਸੁਧਾਰਨ ਦੀ ਗੱਲ ਕਰਾਂਗੇ, ਫਿਰ ਬਹੁਤ ਆਸਾਨ ਹੋ ਜਾਊਗਾ। ਇਲੈਕਸ਼ਨ ਆਉਂਦੀਆਂ ਰਹਿੰਦੀਆਂ, ਹਰ 5 ਸਾਲਾਂ ਦੇ ਵਿੱਚ 3 ਵਾਰੀ ਸਾਨੂੰ ਜਿਹੜੀ ਹੈਗੀਆਂ ਇਲੈਕਸ਼ਨਾਂ ਲੜਨ ਦਾ ਤੇ ਵੋਟਾਂ ਪਾਉਣ ਦਾ ਜਿਹੜਾ ਮੌਕਾ ਮਿਲਦਾ, ਚਾਹੇ ਉਹ ਪਿੰਡਾਂ ਦੇ ਵਿੱਚ ਹੈਗਾ ਵਾ, ਚਾਹੇ ਉਹ ਜਿਹੜੀਆਂ ਤੁਹਾਡੀਆਂ ਹੈਗੀਆਂ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਹੈਗੀਆਂ ਵਾ, ਅਸੈਂਬਲੀ ਹੈਗੀ ਆ, ਪਾਰਲੀਮੈਂਟ ਹੈ। ਜੇ ਅਸੀਂ ਉਸ ਤਰੀਕੇ ਨਾਲ ਚੱਲਦੇ ਹਾਂ ਤੇ ਮੈਨੂੰ ਇਹ ਲੱਗਦਾ ਕਿ ਸਾਡੀ ਲੀਡਰਸ਼ਿਪ ਤਾਂ ਆਇਡੈਂਟੀਫਾਈਡ ਹੋ ਗਈ ਆ, ਕਿਉਂਕਿ ਕਿ ਰਾਜੇਵਾਲ ਸਾਹਿਬ ਹੈ, ਡੱਲੇਵਾਲ ਸਾਹਿਬ ਹੈ, ਦਰਸ਼ਨਪਾਲ ਹੁਣੀ ਹੈਗੇ ਆ, ਉਗਰਾਹਾਂ ਸਾਹਿਬ ਹੈਗੇ ਆ, ਉਹ ਜਮਹੂਰੀ ਕਿਸਾਨ ਸਭਾ ਵਾਲੇ ਹੈਗੇ ਆ, ਆਲ ਇੰਡੀਆ ਕਿਸਾਨ ਬਹੁਤ ਸਾਰੇ ਹੈਗੇ ਆ, ਦੁਆਬੇ ਵਾਲੇ ਆ, ਸਾਰੇ ਹੈਗੇ। ਜੇ ਇਹੀ ਲੀਡਰ ਹੋ ਕੇ ਇਸ ਤਰੀਕੇ ਦਾ ਕੋਈ ਏਜੰਡਾ ਜਾਂ ਇਸ ਤਰੀਕੇ ਦੀ ਕੋਈ ਆਰਗੇਨਾਈਜੇਸ਼ਨ ਬਣਾਉਣਗੇ ਤੇ ਮੈਨੂੰ ਲੱਗਦਾ ਹੈ ਕਿ ਉਹ ਪੰਜਾਬ ਦੇ ਭਲੇ 'ਚ ਵੀ ਹੋਊਗੀ, ਪੰਜਾਬ ਦੇ ਮੁੱਦਿਆਂ ਦੀ ਵੀ ਗੱਲ ਕਰੂਗੀ। ਤੇ ਪੰਜਾਬ ਜਿਹੜੀ ਰਾਜਨੀਤਿਕ ਗੁੰਡਾਗਰਦੀ ਆ ਉਹ ਸਾਰੀਆਂ ਪਾਰਟੀਆਂ ਕਰਦੀਆਂ, ਜਿਹੜੀ ਬੇਈਮਾਨੀ ਆ, ਜਿਹੜੀ ਕਰਪਸ਼ਨ ਆ, ਜਿਹੜਾ ਸਾਰਾ ਜਿਹੜਾ ਗੰਦ ਹੈਗਾ ਉਹਦੇ ਪੈਰਲਲ ਜਿਹੜਾ ਇਹ ਖੜੇ ਹੋਣ। ਤਹਿਸੀਲਾਂ 'ਚ ਜਾ ਕੇ ਬੈਠਣ ਦੀ ਲੋੜ ਹੈਗੀ ਆ, ਥਾਣਿਆਂ 'ਚ ਬੈਠਣ ਦੀ ਲੋੜ ਹੈਗੀ ਆ, ਪਿੰਡਾਂ 'ਚ ਬੈਠਣ ਦੀ ਲੋੜ ਹੈਗੀ ਆ। ਮੈਕਸਿਮਮ ਪ੍ਰੈਸ਼ਰ ਪਾਉਣ, ਟਰਾਂਸਪੇਰੈਂਸੀ ਲੈ ਕੇ ਆਉਣ ਔਰ ਸਰਕਾਰ ਦੇ ਉੱਤੇ ਵਾਚ ਰੱਖਣ। ਇਹ ਕੰਮ ਹੁਣ ਆਪੋਜੀਸ਼ਨ ਪਾਰਟੀ ਦਾ ਨਹੀਂ ਹੈ, ਇਹ ਕੰਮ ਕਿਸੇ ਹੋਰ ਦਾ ਨਹੀਂ ਹੈ। ਇਹ ਹੁਣ ਕਿਸਾਨਾਂ ਨੂੰ ਜਾਂ ਕਿਸਾਨਾਂ ਦੇ ਨਾਲ ਹੋਰ ਜਥੇਬੰਦੀਆਂ ਨੂੰ ਰਲ ਕੇ ਜੇ ਇਹ 5 ਸਾਲ ਕਿਤੇ ਚਲਾਇਆ ਜਾਵੇ ਤੇ ਮੈਨੂੰ ਲੱਗਦਾ ਵੀ ਲੋਕ ਹੱਥ ਜੋੜ ਕੇ ਇਹਨਾਂ ਨੂੰ ਕਹਿਣਗੇ ਜੀ ਅਗਲੀ ਵਾਰ ਤੁਸੀਂ ਆਓ, ਅਸੀਂ ਤੁਹਾਨੂੰ ਜਿਹੜੀ ਤਾਕਤ ਦਿੰਦੇ ਆ। ਤੁਸੀਂ ਬਹੁਤ ਵਧੀਆ ਇੱਕ ਸ਼ੈਡੋ ਕੈਬਨਿਟ ਜਾਂ ਸ਼ੈਡੋ ਜਿਹੜੀ ਹੈਗੀ ਅਸੈਂਬਲੀ ਚਲਾਈ ਆ ਤੇ ਆਹ ਹੁਣ ਤੁਸੀਂ ਤਾਕਤ ਆਪਣੇ ਹੱਥ 'ਚ ਲਓ ਤੇ ਉਹ ਜਿਹੜਾ ਹੈਗਾ ਇਹਨਾਂ ਲਈ ਰਸਤਾ ਸਾਫ਼ ਹੋ ਜਾਊਗਾ। ਜੇ ਅਸੀਂ ਇੱਕਦਮ ਜੰਪ ਕਰਦੇ ਹਾਂ ਤੇ ਮੈਨੂੰ ਲੱਗਦਾ ਇਹ ਉੱਦਾਂ ਹੀ ਹੁੰਦਾ ਵਾ ਜਿੱਦਾਂ ਕਿ ਬੰਦੇ ਨੂੰ ਤਰਨਾ ਨਾ ਆਉਂਦਾ ਹੋਵੇ ਤੇ ਉਹ ਕਹਿੰਦਾ ਵੀ ਮਾਰੇ ਉਹਦੇ ਵਿੱਚ ਵੀ ਦਰਿਆ ਛਾਲ ਮਾਰੇ ਜਾਂ ਖੂਹ ਛਾਲ ਮਾਰਦੇ ਹੈ ਵੀ ਵੇਖੋ ਜੀ ਮੈਂ ਤੇ ਹੁਣ ਜਿਹੜਾ ਹੈਗਾ ਵਾ ਬਹੁਤ ਵੱਡਾ ਤੈਰਾਕੂ ਬਣ ਗਿਆ। ਤੋ ਇਸ ਕਰਕੇ ਮੈਨੂੰ ਤੇ ਇਦਾਂ ਲੱਗਦਾ, ਬਾਕੀ ਤਾਂ ਬਹੁਤ ਸਿਆਣੇ ਆ, ਉਹਨਾਂ ਨੇ ਆਪਣੇ ਤਰੀਕੇ ਨਾਲ ਦੇਖਣਾ ਸੀ ਤੇ ਮੈਂ ਤਾਂ ਆਪਣੇ ਮਨ ਦੀ ਗੱਲ ਹੀ ਕਹਿ ਸਕਦਾ ਜਿਹੜੀ ਮੈਨੂੰ ਠੀਕ ਲੱਗਦੀ ਹੈ। ਬਿਲਕੁਲ ਇੱਕ ਚੰਗਾ ਸੁਝਾਅ ਮੈਨੂੰ ਵੀ ਲੱਗਿਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ। ਮਤਲਬ ਸਿਆਸਤ ਦੇ ਵਾਂਗੂ ਪੈਰਲਲ ਇੱਕ ਸਿਆਸਤ ਚਲਾਉਣਾ। ਦੇ ਆਖਰੀ ਸਵਾਲ ਜੇ ਮੈਂ ਕਰਾਂ ਕਿ ਭਾਜਪਾ ਵਾਲੇ ਪੂਰੀ ਤਰ੍ਹਾਂ ਤਿਆਰ ਨੇ, ਪੰਜਾਬ ਦੇ ਵਿੱਚ ਉਹਨਾਂ ਦਾ ਮੈਦਾਨ ਜਿਹੜਾ ਆ ਭਖਿਆ ਹੋਇਆ। ਉਹ ਕਹਿੰਦੇ ਕਿ ਕੋਈ ਪੈਕੇਜ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ, ਖਾਸ ਕਰ ਵਪਾਰੀਆਂ ਨੂੰ ਵਿੱਚ ਫੋਕਸ ਕਰਕੇ ਕਿ ਅਸੀਂ ਲੋਕਾਂ ਦੇ ਵਿੱਚ ਭਲ ਬਣਾਈਏ ਕਿ ਅਸੀਂ ਤੁਹਾਡੇ ਲਈ ਆ। ਪਰ ਵਪਾਰੀਆਂ ਦੀ ਹਾਲਾਤ ਜਿਹੜੀ ਹੈ ਉਹ ਅਸੀਂ ਦੇਖਦੇ ਹਾਂ, ਨੋਟਬੰਦੀ ਤੋਂ ਲੈ ਕੇ GST ਤੱਕ ਅੱਜ ਕੀ ਹਾਲ ਹੋ ਰਿਹਾ। ਇਹਨੂੰ ਕਿੱਦਾਂ ਦੇਖਦੇ ਹੋ ਕਿ ਉਹ ਜਿਹੜਾ ਪੈਕੇਜ ਪੰਜਾਬ ਦਾ ਉਹਨਾਂ ਨੇ ਐਲਾਨਣਾ ਆ ਜਾਂ ਉਹਦੇ ਬਾਰੇ ਸੋਚ ਰਹੇ ਨੇ, ਉਹ ਕੋਈ ਅਸਰ ਪਾਊਗਾ ਇਸ ਫੈਕਟਰ ਦੇ ਉੱਤੇ? ਭਾਜਪਾ ਦਾ ਏਜੰਡਾ ਹੈਗਾ ਧਰਮ ਦੇ ਆਧਾਰ ਤੇ, ਜਿਹੜਾ ਇੱਕ ਇਸ ਸਮੇਂ 'ਚ ਪਹਿਲਾਂ ਕਾਂਗਰਸ ਕਰਦੀ ਹੁੰਦੀ ਸੀਗੀ, ਥੋੜੇ ਸਮੇਂ ਲਈ ਕਾਮਯਾਬ ਹੋਈ ਸੀ। ਪੰਜਾਬ ਦਾ ਜਿਹੜਾ ਡੈਮੋਗ੍ਰਾਫ ਸਟਰਕਚਰ ਆ ਬਹੁਤ ਡੈਲੀਕੇਟ ਹੈ। ਡੈਲੀਕੇਟ ਇਨ ਦੀ ਸੈਂਸ ਕਿ ਜਿਹੜਾ 71 ਦੇ ਵਿੱਚ 6139 ਦਾ ਸੀ ਉਹ ਘਟ ਕੇ ਬਹੁਤ ਥੱਲੇ ਆਇਆ। ਅਗਲੀ ਸੈਂਸਸ ਹੋਊਗੀ ਮੈਨੂੰ ਲੱਗਦਾ ਕਿ ਬਹੁਤ ਥੋੜਾ ਮਾਰਜਨ ਰਹਿ ਜਾਊਗਾ ਧਰਮਾਂ ਵਾਲੇ। ਦੂਸਰੇ ਪਾਸੇ ਹੈਗਾ ਕਿ ਇਹ ਤਾਂ ਬੀਜੇਪੀ ਸੋਚਦੀ ਆ ਵੀ ਇੰਨੇ 'ਚ ਹਿੰਦੂ ਹੈਗੇ ਆ ਜਾਂ ਹੋਰਨਾਂ ਤਬਕਿਆਂ ਨੂੰ ਨਾਲ, ਕਿਉਂਕਿ ਤੁਸੀਂ ਦੇਖਿਆ ਬੀਜੇਪੀ ਨਾਲ ਜੁੜੀ ਜਾਂਦੇ ਲੋਕ ਤਾਕਤ ਦੇ ਨਾਲ ਜੁੜਦੇ ਆ। ਫਿਰ ਉਹ ਜਿਹੜਾ ਹੈਗਾ ਇਸ ਕਰਕੇ ਵੀ ਜੁੜਦੇ ਆ, ਆਪਣੇ ਜਿਹੜੇ ਕੰਮਾਂ ਕਾਰਾਂ ਦੇ ਕਰਕੇ ਵੀ ਜੁੜਦੇ ਆ। ਕਿਹੜੇ ਵੱਡੇ ਵੱਡੇ ਬੰਦੇ ਜਿਹੜੇ ਸੀਗੇ ਉਹ ਜੁੜ ਜਾਂਦੇ ਇਹਦੇ ਨਾਲ, ਪੰਜਾਬ 'ਚ ਜੁੜ ਰਹੇ ਆ। ਤੋ ਬੀਜੇਪੀ ਨੂੰ ਇਹਨਾਂ ਇਲੈਕਸ਼ਨ ਦੇ ਵਿੱਚ ਇਗਨੋਰ ਨਹੀਂ ਕਰਨਾ ਚਾਹੀਦਾ। ਬੀਜੇਪੀ ਆਪਣੀ ਗੇਮ ਖੇਲੂਗੀ। ਬੀਜੇਪੀ ਜਿਹੜੀ ਹੈਗੀ ਆ ਉਹ ਇੱਕ ਮਸ਼ੀਨਰੀ ਹੈਗੀ ਆ ਪੋਲਰਾਈਜੇਸ਼ਨ ਕਰਨ ਦੀ, ਰਿਸੋਰਸਿਸ ਹੈਗੇ ਆ। ਇਹ 4-5 ਕਾਰਨਰ ਕੰਟੈਸਟ ਹੋ ਰਿਹਾ। ਇਸ 4-5 ਕਾਰਨਰ ਕੰਟੈਸਟ ਦੇ ਵਿੱਚ ਬੀਜੇਪੀ ਨੂੰ ਲੱਗਦਾ ਹੈ ਕਿ ਉਹ ਕੋਈ ਨਾ ਕੋਈ ਖੇਲਾ ਜਿਹੜੀ ਨਾ ਖੇਲ ਸਕਦੇ ਇੱਥੇ। ਕੁਝ ਏਰੀਆਜ਼ ਹੈਗੇ ਆ ਖਾਸ ਕਰਕੇ ਕੰਡੀ ਵਾਲੇ, ਦੂਸਰੇ ਪਾਸੇ ਉਹ ਲੰਮੇ ਸਮੇਂ ਤੋਂ ਇਹਦੇ ਵਿੱਚ ਹੈਗੇ ਆ। ਤੋ ਬੀਜੇਪੀ ਵਪਾਰੀਆਂ ਲਈ ਵੀ ਲੈ ਜਾਊਗੀ, ਬੀਜੇਪੀ ਦੂਸਰਿਆਂ ਲਈ ਵੀ ਕਰ ਲਊਗੀ। ਪਿੰਡਾਂ ਦੇ ਵਿੱਚ ਧੜੇ ਵਾਲੀ ਰਾਜਨੀਤੀ ਹੈਗੀ ਆ।
ਵਿਚਾਰਧਾਰਕ ਰਾਜਨੀਤੀ ਨਹੀਂ ਹੈਗੀ। ਪਿੰਡਾਂ ਦੇ ਵਿੱਚੋਂ ਲੋਕੀ ਪਹਿਲਾਂ ਤਾਂ ਬਹੁਤ ਜੁੜ ਰਹੇ ਸੀਗੇ। ਜੇ ਖੇਤੀ ਕਾਨੂੰਨਾਂ ਦਾ ਮਸਲਾ ਨਾ ਆਉਂਦਾ ਤੇ ਬੀਜੇਪੀ ਤਾਂ ਬਹੁਤ ਵੱਡੀ ਧਿਰ ਬਣ ਰਹੀ ਸੀਗੀ, ਕਿਉਂਕਿ ਅਕਾਲੀ ਵੀ ਬੰਦੇ ਦੇ ਪਾਸੇ ਆ ਰਹੇ ਸੀ, ਕਾਂਗਰਸ ਵੀ ਛੱਡ ਕੇ ਜਾ ਰਹੀ ਸੀ। ਦੀਨ ਧਰਮ ਤਾਂ ਹੈ ਨਹੀਂ ਕਿਸੇ ਦਾ ਇਸ ਰਾਜਨੀਤੀ ਦੇ ਵਿੱਚ। ਕੋਈ ਵਿਚਾਰਕ ਦੀਨ ਧਰਮ ਨਹੀਂ ਹੈਗਾ। ਬਹੁਤ ਘੱਟ ਲੋਕ ਆ ਜਿਹੜੇ ਵਿਚਾਰਧਾਰਾ ਨਾਲ ਜੁੜੇ ਰਹਿੰਦੇ ਆ। ਬਾਕੀ ਤਾਂ ਸਾਰੇ ਆਇਆ ਰਾਮ ਗਿਆ ਰਾਮ ਹੀ ਹੈਗੇ ਆ। ਉਹਨਾਂ ਨੂੰ ਤਾਂ ਜਿੱਥੋਂ ਘਾਹ ਪੈਂਦਾ ਵਾ ਉਸ ਪਾਸੇ ਨੂੰ ਤੁਰ ਜਾਂਦੇ ਆ। ਥੋੜਾ ਬਹੁਤਾ ਕੋਈ ਲੱਗਦਾ ਹੈ ਇੱਕ ਲਸਟ ਫਾਰ ਪਾਵਰ ਵੀ ਹੈਗੀ ਆ ਕਿ ਤਾਕਤ ਦੇ ਵਿੱਚ ਆਉਣਾ, ਜਿਹੜਾ ਉਹ ਉਹਦੇ ਨਾਲ ਪਤਾ ਨਹੀਂ ਕੀ ਸਾਨੂੰ ਥੋੜੇ ਸਮੇਂ ਲਈ ਇੰਪੋਰਟੈਂਟ ਹੋ ਜਾਂਦੇ ਆ। ਤਾਂ ਬੀਜੇਪੀ ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਦੇ ਨਾਲ ਟਾਈ ਅਪ ਕਰ ਰਹੀ ਆ ਜਾਂ ਇਹ ਤੋਂ ਇਲਾਵਾ ਹੋਰ ਕਿਸੇ ਪਾਸੇ ਕਰ ਰਹੀ ਆ, ਤੇ ਇਸ ਕਰਕੇ ਬੀਜੇਪੀ ਨੂੰ ਤੁਸੀਂ ਇਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ ਕਿਸੇ ਵੀ ਤਰੀਕੇ ਦੇ ਨਾਲ। ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਹੈਗੀ ਆ ਉਹ ਠੀਕ ਆ, ਇਹ ਇਮੈਜੀਨੇਸ਼ਨ ਦੇ ਵਿੱਚ ਹੈਗੀ ਆ। ਪਹਿਲਾਂ ਸੀਗੀ, ਲੋਕੀ ਚਾਹੁੰਦੇ ਆ। ਤੁਸੀਂ ਸਰਸਰੀ ਲੋਕਾਂ ਨਾਲ ਗੱਲ ਪੁੱਛੋ ਆਮ ਆਦਮੀ ਪਾਰਟੀ, ਪਰ ਆਮ ਆਦਮੀ ਪਾਰਟੀ ਦਾ ਵੀ ਉਹ ਮਤਲਬ ਜਲੂਸ ਨਿਕਲਿਆ, ਕੋਈ ਢਾਂਚਾ ਨਹੀਂ ਹੈ। ਉਹ ਐਂ ਆਣ ਕੇ ਜਿੱਦਾਂ ਮਤਲਬ ਸਾਰੀਆਂ ਪਾਵਰ ਸੈਂਟਰਲਾਈਜ਼ਡ ਆ ਇੱਕ ਬੰਦੇ ਕੋਲ। ਉਹ ਆਣ ਕੇ ਅਨਾਊਂਸ ਕਰ ਦਿੰਦਾ, ਗਰੰਟੀਆਂ ਦਿੰਦਾ ਫਿਰਦਾ ਹੈ। ਉਹ ਲੋਕਾਂ ਨੂੰ ਐਕਸੈਪਟ ਨਹੀਂ ਕਰਦੇ। ਜਦੋਂ ਵੋਟ ਪਾਉਣ ਲੱਗਦਾ ਨਾ, ਵੇਖੋ ਜਦੋਂ ਵੋਟ ਬੰਦਾ ਪਾਉਂਦਾ ਵਾ, ਬਹੁਤ ਸਾਰੀਆਂ ਚੀਜ਼ਾਂ ਉਹਦੇ ਮਨ 'ਚ ਹੁੰਦੀਆਂ। ਲਾਸਟ ਮਿੰਟ ਦੇ ਉੱਤੇ ਕਿਹੜੀ ਚੀਜ਼ ਡੋਮੀਨੇਟ ਕਰਦੀ ਆ? ਉਹ ਹੁੰਦੀ ਹੈ ਇੱਕ ਪਰਸੈਪਸ਼ਨ ਉਹਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਧਿਰ ਜਿਹੜੀ ਹੈਗੀ ਆ ਉਹ ਸਾਰਥਕ ਤੇ ਕਾਰਗਰ ਰਹੂਗੀ। ਇਹ 17 'ਚ ਵੀ ਇੱਦਾਂ ਹੋਇਆ ਸੀਗਾ। ਬੜੇ ਲੋਕੀ ਤਿਆਰ ਸੀਗੇ, ਬੜੇ ਸਰਵੇ ਆ ਗਏ ਸੀ ਜੀ ਆਮ ਆਦਮੀ ਪਾਰਟੀ ਹੈ ਵੀ ਗੱਲ ਠੀਕ ਸੀ। ਹੁਣ ਵੀ 2-3 ਮਹੀਨੇ ਪਹਿਲਾਂ ਆਮ ਆਦਮੀ ਦਾ ਐਡਵਾਂਟੇਜ ਸੀਗਾ, ਕਿਸਾਨਾਂ ਦੀ ਸਿਮਥੀ ਸੀ। ਕਿਉਂਕਿ ਕਿਸਾਨ ਤੇ ਆਮ ਲੋਕ ਜਿਹੜੀਆਂ ਰਵਾਇਤੀ ਪਾਰਟੀਆਂ ਦੋ ਹੈਗੀਆਂ ਵਾ, ਉਹਨਾਂ ਦੀ ਜਿਹੜੀ ਹੈਗੀ ਰਾਜਨੀਤੀ ਤੋਂ ਲੋਕੀ ਦੁਖੀ ਪਏ ਆ। ਔਰ ਕਾਂਗਰਸ ਜਿਹੜੀ ਸੀ ਇਹਦਾ ਵੀ ਐਡਵਾਂਟੇਜ ਸੀ। ਹੁਣ ਕਾਂਗਰਸ ਵੀ ਟੁੱਟ ਭੰਨ ਹੋ ਗਈ। ਹੁਣ ਜਿਸ ਕਾਂਗਰਸ ਦੇ ਵਿੱਚ ਜਿਹਨੂੰ ਟਿਕਟ ਨਹੀਂ ਮਿਲੂਗੀ ਉਹ ਅਮਰਿੰਦਰ ਸਿੰਘ ਕੋ ਆ ਜਾਊਗਾ। ਥੋੜਾ ਬਹੁਤਾ ਪਿੰਡਾਂ 'ਚ ਧੜੇਬੰਦੀ ਵੀ ਹੈਗੀ ਆ। ਤਾਂ ਕਾਂਗਰਸ ਲਈ ਵੀ ਹੁਣ ਵੱਡਾ ਚੈਲੰਜ ਇਸ ਵੇਲੇ ਚੈਲੰਜ ਹੈਗਾ। ਤੇ ਮੈਨੂੰ ਇਹ ਲੱਗਦਾ ਵੀ ਹੌਲੀ ਹੌਲੀ ਇਹ ਚੈਲੰਜ ਜਿਹੜਾ ਹੈ, ਜਿਹੜਾ ਕਿ ਇਸ ਸਮੇਂ 'ਚ ਆਪਾਂ ਗਿਣਦੇ ਸੀ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਸੀਗਾ, ਅਕਾਲੀਆਂ ਨੂੰ ਅਸੀਂ ਪਛਾਣ ਰੱਖ ਰਿਹਾ ਸੀ ਥੋੜਾ ਜਿਹਾ, ਪਰ ਹੁਣ ਇਹ ਲੱਗਦਾ ਵੀ ਇਹ ਜਿਹੜੀ ਬੀਜੇਪੀ ਜਿਸ ਤਰੀਕੇ ਦੇ ਨਾਲ ਫੁੱਲ ਫੋਰਸ ਦੇ ਨਾਲ ਜਿਹੜਾ ਤੁਸੀਂ ਏਜੰਡਾ ਕਿਤੇ ਲੈ ਕੇ ਆਏ ਜੋ, ਜਾਂ ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਨਾਲ ਅਲਾਇੰਸ ਕਰ ਰਹੇ ਆ, ਜਾਂ ਹੋਰਨਾਂ ਲੋਕਾਂ ਨਾਲ ਵੀ ਅਲਾਇੰਸ ਕਰਨਗੇ, ਢੀਂਡਸਾ ਸਾਹਿਬ ਨਾਲ ਵੀ ਅਲਾਇੰਸ ਹੋ ਸਕਦਾ ਵਾ, ਜਾਂ ਹੋਰ ਵੀ ਛੋਟੇ ਮੋਟੇ ਜਿਹੜੇ ਇੱਦਾਂ ਦੇ ਦਲ ਹੈਗੇ ਆ। ਤੇ ਅਕਾਲੀ ਦਲ ਚੋਂ ਬਹੁਤ ਸਾਰੇ ਲੋਕ ਆ ਸਕਦੇ ਨੇ, ਸਿਰਸਾ ਸਾਹਿਬ ਆ ਗਏ ਆ, ਤੇ ਹੋਰ ਵੀ ਆ ਸਕਦੇ। ਨੈਟਵਰਕਿੰਗ ਤਾਂ ਹੁੰਦੀ ਲੀਡਰਾਂ ਦੀ ਸਾਰਿਆਂ ਦੀ। ਤੋ ਹੁਣ ਲੱਗਦਾ ਵੀ ਇਹ ਜਿਹੜਾ ਇਹਦਾ ਹੌਲੀ ਹੌਲੀ ਸਾਨੂੰ ਬੀਜੇਪੀ ਦਾ ਖੇਲਾ ਜਿਹੜਾ ਨਾ ਉਹ ਦਿਖਾਈ ਦੇਣ ਲੱਗ ਪਿਆ। ਪਰ ਦੂਸਰੇ ਪਾਸੇ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਕਿ ਪੰਜਾਬ ਦੇ ਵਿੱਚ ਜਿਹੜੀ ਸਾਡੀ ਹੈਗੀ ਹੈ, ਜਿਹੜਾ ਸਾਡਾ ਇਨਬਿਲਟ ਅੰਡਰਸਟੈਂਡਿੰਗ ਆ, ਉਹ ਸੈਕੂਲਰਿਜ਼ਮ ਦੀ ਹੈਗੀ ਆ। ਉਸ ਕਿਸਮ ਦਾ ਕਮਿਊਨਲਿਜ਼ਮ ਜਿਹੜਾ ਹੈਗਾ ਵਾ, ਜਿਹੜਾ ਇਹ ਬੀਜੇਪੀ ਬਾਹਰ ਯੂਜ਼ ਕਰਦੀ ਆ ਜਾਂ ਪੈਦਾ ਕਰਦੀ ਆ, ਉਹ ਇੱਥੇ ਨਹੀਂ ਹੁੰਦਾ। ਪਰ ਇਹਦੇ ਨਾਲ ਨਾਲ ਜਦੋਂ ਹੋਰ ਫੋਰਸਿਸ ਨਾਲ ਜੁੜਦੀਆਂ, ਅਕਾਲੀ ਦਲ ਆ ਗਿਆ, ਜਿੱਦਾਂ ਅਮਰਿੰਦਰ ਸਿੰਘ ਦੀ ਗੱਲ ਕੀਤੀ, ਇਹ ਨਾਲ ਆ ਗਿਆ, ਹੋਰ 2-4 ਲੈ ਲੈਣਗੇ। ਇੱਦਾਂ ਦੇ ਬਹੁਤ ਤੁਰੇ ਫਿਰਦੇ ਆ ਜਿਹੜੇ ਆਪੋ ਆਪਣੇ ਬਣਾਈ ਫਿਰਦੇ, ਜਿਹੜੀ ਹੈਗੀ ਛੋਟੀ ਮੋਟੀ ਪਾਰਟੀ ਉਹ ਲੈ ਕੇ। ਤੇ ਫਿਰ ਇਹ ਘੱਟੋ ਘੱਟ ਕੰਟੈਸਟ ਕਰਨ ਦੇ ਜਿਹੜਾ ਹੈਗਾ ਮੂਡ ਦੇ ਵਿੱਚ ਆ ਸਕਦੇ ਆ। ਤੇ ਜੇ ਇਹ ਪੋਲਰਾਈਜੇਸ਼ਨ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ ਤੇ ਫਿਰ ਤਾਂ ਜਿਹੜਾ ਇਹ ਕੀ ਉਹਨੂੰ ਕਹਿੰਦੇ ਆ ਵੀ ਗੇਮ ਦੇ ਖਿਲਾੜੀ ਜਿਹੜੇ ਆ ਲੱਗਦਾ, ਕਿਉਂਕਿ ਜੇ 2-3 ਮਹੀਨੇ ਹੈਗੇ ਆ, ਕਾਨੂੰਨ ਵਾਪਸ ਲੈ ਲੈ, ਸਾਰੀਆਂ ਗੱਲਾਂ ਮੰਨ ਲਈਆਂ, ਤੇ ਹੁਣ ਇਹਨਾਂ ਨੇ ਕਹਿਣਾ ਹੋਰ ਹੈ ਕੀ ਆ। ਤੇ ਇਸ ਕਰਕੇ ਇਹ ਜਿਹੜਾ ਕੁਛ ਨਾ ਕੁਛ ਤਾਂ ਇਹਨਾਂ ਦਾ ਜਿਹੜਾ ਹੈਗਾ ਵਿਜ਼ੀਬਲ ਹੋਊਗਾ, ਜਿਹੜਾ ਸਾਨੂੰ 2 ਮਹੀਨੇ 3 ਮਹੀਨੇ ਪਹਿਲਾਂ ਜਾਂ ਮਹੀਨਾ ਪਹਿਲਾਂ ਲੱਗਦਾ ਸੀ ਵੀ ਇਹਨਾਂ ਦਾ ਬਿਲਕੁਲ ਪੱਤਾ ਸਾਫ਼ ਹੋਣ ਵਾਲਾ ਵਾ, ਲੋਕੀ ਇਹਨਾਂ ਨੂੰ ਅਲਾਓ ਨਹੀਂ ਕਰਨ ਦੇਣਗੇ, ਜਿਹੜਾ ਹੈਗਾ ਆਪਣਾ ਪੰਜਾਬ ਦੇ ਵਿੱਚ ਵੜ ਨਹੀਂ ਦੇਣਗੇ। ਸ਼ਾਇਦ ਹੌਲੀ ਹੌਲੀ ਸਿਚੁਏਸ਼ਨ ਜਿਹੜੀ ਉਹ ਚੇਂਜ ਹੋ ਰਹੀ ਹੈ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ।